ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਰਲਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਿੰਦਰ ਸਿੰਘ। ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਦਿੱਲੀ ਵੱਲ ਵਧ ਰਹੇ ਕਿਸਾਨਾਂ ਉੱਤੇ ਸਰਕਾਰ ਅਤੇ ਆਰਐਸਐਸ ਦੇ ਗੁੰਡਿਆਂ ਨੇ ਢਾਹਿਆ ਅੱਤ ਦਾ ਕਹਿਰ। ਹੰਝੂ ਗੈਸ, ਅਸਲੀ ਗੋਲੀਆਂ ਸਮੇਤ ਹੋਰ ਤਰ੍ਹਾਂ ਦੇ ਹਥਿਆਰ ਵਰਤ ਕੇ ਕਿਸਾਨਾਂ ਦਾ ਕੀਤਾ ਵੱਡਾ ਨੁਕਸਾਨ। ਪੱਛਮੀ ਅਫਰੀਕਾ ਦੇ ਵਿੱਚ ਆਈਐਸ ਦੇ ਵਧ ਰਹੇ ਪ੍ਰਭਾਵ ਨੂੰ ਲੈ ਕੇ ਸੰਯੁਕਤ ਰਾਸ਼ਟਰ ਨੇ ਪ੍ਰਗਟਾਈ ਚਿੰਤਾ। ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਆਈਐਸ ਨੂੰ ਦੱਸਿਆ ਵੱਡਾ ਖਤਰਾ। ਰੂਸੀ ਸੰਘ ਦੇ ਬੁਲਾਰੇ ਨੇ ਅਲੈਕਸੀ ਨੇਵਲਨੀ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਨਾ ਸੌਂਪਣ ਦਾ ਦੱਸਿਆ ਕਾਰਨ। ਕਿਹਾ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਫੋਰੈਂਸਿਕ ਜਾਂਚ ਬੇਹੱਦ ਜ਼ਰੂਰੀ। ਅਮਰੀਕਾ ਨੇ ਗਾਜ਼ਾ ਦੇ ਵਿੱਚ ਅਸਥਾਈ ਜੰਗਬੰਦੀ ਲਈ ਇੱਕ ਮਤਾ ਕੀਤਾ ਪੇਸ਼। ਨਾਲ ਹੀ ਰਫਾਹ ਦੇ ਵਿੱਚ ਇਜ਼ਰਾਈਲੀ ਫੌਜ ਦੀ ਕਾਰਵਾਈ ਉੱਤੇ ਚੁੱਕੇ ਸਵਾਲ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਸੰਯੁਕਤ ਰਾਸ਼ਟਰ ਦੇ ਅੱਤਵਾਦ ਰੋਕੂ ਦਫ਼ਤਰ ਦੇ ਮੁਖੀ ਦਾ ਕਹਿਣਾ ਹੈ ਕਿ ਪੱਛਮੀ ਅਫਰੀਕਾ ਅਤੇ ਸਾਹਿਲ ਦੇ ਵਿੱਚ ਸਿਆਸੀ ਅਸਥਿਰਤਾ ਵਿਚਕਾਰ ਕੱਟੜਪੰਥੀ ਸਮੂਹ ਇਸਲਾਮਿਕ ਸਟੇਟ ਇੱਕ ਵੱਧਦਾ ਖਤਰਾ ਬਣ ਚੁੱਕਿਆ ਹੈ। ਵਲਾਦੀਮੀਰ ਵੋਰਨਕੋਵ ਨੇ ਸੰਯੁਕਤ ਰਾਸ਼ਟਰ ਦੀਆਂ ਖੋਜਾਂ ਨੂੰ ਦੁਹਰਾਇਆ ਹੈ ਕਿ ਖਤਰੇ ਦਾ ਮੁਕਾਬਲਾ ਕਰਨ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੇ ਵੱਲੋਂ ਮਹੱਤਵਪੂਰਨ ਤਰੱਕੀ ਦੇ ਬਾਵਜੂਦ ਆਈਐਸ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਇੱਕ ਖਤਰਾ ਬਣਿਆ ਹੋਇਆ ਹੈ। ਵੋਰਨਕੋਵ ਨੇ ਕਿਹਾ ਹੈ ਕਿ ਸਮੂਹ ਨੇ ਇਰਾਕ ਅਤੇ ਸੀਰੀਆ ਦੇ ਨਾਲ-ਨਾਲ ਦੱਖਣ ਪੂਰਬੀ ਏਸ਼ੀਆ ਦੇ ਵਿੱਚ ਆਪਣੇ ਪੁਰਾਣੇ ਗੜ੍ਹਾਂ ਦੇ ਵਿੱਚ ਵੀ ਕਾਰਵਾਈਆਂ ਤੇਜ਼ ਕਰ ਦਿੱਤੀਆਂ ਨੇ। ਵੋਰਨਕੋਵ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਦੱਸਿਆ ਹੈ ਕਿ ਅਫਰੀਕੀ ਮਹਾਦੀਪ ਦੇ ਸਾਹਿਲ ਖੇਤਰ ਅਤੇ ਪੱਛਮੀ ਅਫਰੀਕਾ ਵਿੱਚ ਸਥਿਤੀ ਵਿਗੜ ਗਈ ਹੈ ਅਤੇ ਇਹ ਵਧੇਰੇ ਗੁੰਝਲਦਾਰ ਹੁੰਦੀ ਜਾ ਰਹੀ ਹੈ। On threat posed by Daesh to international peace and security and the United Nations effort in support of member states to counter the threat. I am pleased to be joined by Assistant Secretary General and Executive Director of Counterterrorism Committee Executive Directorate, Ms. Natalia German, to present this report, which was prepared jointly by our offices and the Analytical Support and Sanctions Monitoring Team led by Mr. Justin Hastvedt. And I look forward to the briefing by the Secretary General of the International Criminal Police Organization, Mr. Jürgen Stock. Interpol is indeed a key member of our Global Counterterrorism Coordination Compact. I am very grateful to Mr. Stock for excellent cooperation. I also take this opportunity to lament the numerous casualties and human suffering caused by terrorism globally and to offer my sincere condolences to all governments and peoples affected by such violence. The tragedy, destruction, and suffering caused by terrorism should serve as a catalyst to renew international commitment to not only remedy its horrified impact, but also, and most importantly, to step up efforts to prevent such attacks in the first place. The United Nations Office of Counterterrorism will continue to work with member states to this end, including to support survivor-centered, gender-sensitive, and human rights-compliant approaches to countering terrorism and preventing violent extremism conducive to terrorism. Madam President, Excellencies, while providing some additional details on its evolution, the present report reinforces the main trend observed during the past few years, that Daesh continues to pose a serious threat to international peace and security, notably in the conflict zones, despite significant progress achieved by member states in countering the threat.
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੱਟੜ ਵਿਰੋਧੀ ਆਗੂ ਅਲੈਕਸੀ ਨੇਵਲਨੀ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਸੀ। ਅਲੈਕਸੀ ਨੇਵਲਨੀ ਦੀ ਲਾਸ਼ ਨੂੰ ਕਿੱਥੇ ਰੱਖਿਆ ਗਿਆ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਨੇਵਲਨੀ ਦੇ ਸਮਰਥਕਾਂ ਨੇ ਲਾਸ਼ ਪਰਿਵਾਰ ਨੂੰ ਸੌਂਪਣ ਦੀ ਮੰਗ ਕੀਤੀ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੂਸੀ ਸੰਘ ਦੇ ਬੁਲਾਰੇ ਨੇ ਦੱਸਿਆ ਹੈ ਕਿ ਨੇਵਲਨੀ ਦੀ ਲਾਸ਼ ਨੂੰ ਮੈਡੀਕਲ ਜਾਂਚ ਲਈ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਨੇਵਲਨੀ ਦੀ ਮੌਤ ਦਾ ਕੀ ਕਾਰਨ ਸੀ। ਇਸ ਲਈ ਉਸ ਦੀ ਫੋਰੈਂਸਿਕ ਜਾਂਚ ਬੇहद ਜ਼ਰੂਰੀ ਹੈ ਤਾਂ ਜੋ ਉਸ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਯੂਕਰੇਨ ਦੇ ਨਾਲ ਚੱਲ ਰਹੀ ਜੰਗ ਉੱਤੇ ਵੀ ਟਿੱਪਣੀਆਂ ਕੀਤੀਆਂ ਅਤੇ ਪੱਛਮੀ ਦੇਸ਼ਾਂ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਖੜੇ ਕੀਤੇ। I think that the reason is simple because the forensic medical investigation is not over yet. The exact cause of the death was not yet disclosed, while our Western colleagues rushed to claim 15 minutes after it happened, after the news were published, that this was the responsibility of the Putin's regime, etc., etc. I would like to appeal to these self-proclaimed fighters for freedom of speech. Where were you when the Kiev regime imprisoned your own citizen, I mean the US citizen, independent journalist Gonzalo Lira, on far-fetched charges, who then was tortured and didn't receive proper medical care until his death in the Ukrainian prison? He had the courage to tell the truth about the real state of affairs in Ukraine and therefore became an inconvenient person for them that had to be taken care of. We know the value of this empty slogans of Western countries about protecting human rights. We would recommend focusing on protecting their own citizens rather than making baseless accusations against Russia. Also, while underscoring that every death is a tragedy, I'd like to point out the following. As I said, Western political leaders lined up with accusations in as little as 15 minutes after the first reports of the passing away of Alexei Navalny were published. And all this in the absence of any detailed information, let alone a forensic medical examination. It is as if the statements were prepared in advance. And as you know, his wife happened accidentally to be at the Munich Security Conference at the same time. When it comes to investigating such heinous crimes and sabotage like the Nord Stream, for example, our Western colleagues are taking their time. The Swedish authorities already closed the investigation, and nobody else is hurrying with making the truth known. So I think that they'd better look for themselves before they make baseless accusations, even before any evidence came to light. ਹਮਾਸ ਅਤੇ ਇਜ਼ਰਾਈਲ ਵਿਚਾਲੇ ਪਿਛਲੇ 5 ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ਉੱਤੇ ਹਮਾਸ ਵੱਲੋਂ ਕੀਤੇ ਗਏ ਕਥਿਤ ਹਮਲੇ ਤੋਂ ਬਾਅਦ ਦੋਵੇਂ ਧਿਰਾਂ ਆਮੋ ਸਾਹਮਣੇ ਹਨ। ਇਸ ਜੰਗ ਦੇ ਵਿਚਕਾਰ ਇਜ਼ਰਾਈਲੀ ਫੌਜ ਨੇ ਮਿਸਰ ਦੇ ਨਾਲ ਲੱਗਦੀ ਰਫਾਹ ਸਰਹੱਦ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਵਿੱਚ ਇੱਕ ਮਤਾ ਪੇਸ਼ ਕਰਕੇ ਇਜ਼ਰਾਈਲ ਹਮਾਸ ਜੰਗ ਦੇ ਵਿੱਚ ਅਸਥਾਈ ਜੰਗਬੰਦੀ ਦੀ ਮੰਗ ਕੀਤੀ। ਇਸ ਦੌਰਾਨ ਅਲਜੀਰੀਆ ਦੇ ਵੱਲੋਂ ਵੀ ਸੁਰੱਖਿਆ ਕੌਂਸਲ ਦੇ ਵਿੱਚ ਇੱਕ ਡਰਾਫਟ ਪੇਸ਼ ਕੀਤਾ ਗਿਆ, ਜਿਸ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਗਾਜ਼ਾ ਵਿੱਚ ਫੌਰੀ ਪ੍ਰਭਾਵ ਦੇ ਨਾਲ ਪੂਰਨ ਤੌਰ ਉੱਤੇ ਜੰਗਬੰਦੀ ਲਾਗੂ ਕੀਤੀ ਜਾਵੇ। ਪਰ ਅਮਰੀਕਾ ਨੇ ਅਲਜੀਰੀਆ ਦੇ ਇਸ ਮਤੇ ਨੂੰ ਵੀਟੋ ਕਰ ਦਿੱਤਾ। ਅਮਰੀਕਾ ਗਾਜ਼ਾ ਦੇ ਵਿੱਚ ਅਸਥਾਈ ਜੰਗਬੰਦੀ ਦੀ ਮੰਗ ਕਰ ਰਿਹਾ ਹੈ, ਜੋ ਕਿ ਸੁਰੱਖਿਆ ਕੌਂਸਲ ਦੇ ਜ਼ਿਆਦਾਤਰ ਮੈਂਬਰਾਂ ਦੀਆਂ ਇੱਛਾਵਾਂ ਦੇ ਉਲਟ ਹੈ। ਇਸ ਤੋਂ ਇਲਾਵਾ ਅਮਰੀਕਾ ਨੇ ਰਫਾਹ ਦੇ ਵਿੱਚ ਆਪਣੇ ਸਹਿਯੋਗੀ ਇਜ਼ਰਾਈਲ ਵੱਲੋਂ ਕੀਤੇ ਗਏ ਜ਼ਮੀਨੀ ਹਮਲੇ ਦਾ ਵਿਰੋਧ ਵੀ ਕੀਤਾ। You just heard me make the case for a resolution that I believe all of us can agree to. In fact, the points in the proposed resolution have all been articulated by the other 14 members of this council. These were not just US ideas. They were all of our ideas that I have heard nearly every member of this council discuss both privately and publicly. Ideas that would not put sensitive negotiations in jeopardy, that could lay the foundation for sustainable peace. And yet, we were forced into a vote that did not reflect that consensus. You might ask why. And I'll leave that to you to opine on. Perhaps some on the council did not actually want a resolution to pass.
because if they did, today's vote would not have happened. Over the last several weeks, I communicated the United States' concerns publicly and privately. We submitted numerous rounds of edits. We implored our colleagues not to rush toward failure. And so, having put forward an alternative path, we intend to take it. The draft we presented is a forward-leaning resolution, and it is one that we intend to work on in good faith with other council members to ensure it gets over the finish line. That kind of process was disappointingly absent from negotiations on the text we just voted on. ਜ਼ਿਕਰਯੋਗ ਹੈ ਕਿ ਇਜ਼ਰਾਈਲ ਰਫਾਹ ਦੇ ਵਿੱਚ ਜ਼ਮੀਨੀ ਫੌਜੀ ਮੁਹਿੰਮ ਹੋਰ ਤੇਜ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜੰਗ ਤੋਂ ਬਚ ਕੇ ਆਏ ਲੱਖਾਂ ਲੋਕ ਇੱਥੇ ਰਹਿ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਗਾਜ਼ਾ ਦੀ ਕੁੱਲ ਆਬਾਦੀ 2.3 ਮਿਲੀਅਨ ਹੈ, ਜਿਸ ਵਿੱਚੋਂ ਅੱਧੇ ਤੋਂ ਵੱਧ ਲੋਕਾਂ ਨੇ ਰਫਾਹ ਦੇ ਵਿੱਚ ਸ਼ਰਨ ਲੈ ਲਈ ਹੈ। ਇਸ ਤੋਂ ਇਲਾਵਾ ਗਾਜ਼ਾ ਪੱਟੀ ਵਿੱਚ ਸੰਯੁਕਤ ਰਾਸ਼ਟਰ ਵੱਲੋਂ ਭੇਜੀ ਮਦਦ ਵੀ ਇਸੇ ਰਸਤੇ ਰਾਹੀਂ ਪਹੁੰਚਦੀ ਹੈ। ਦਰਅਸਲ ਗਾਜ਼ਾ ਪੱਟੀ ਵਿੱਚ ਲੋਕਾਂ ਅਤੇ ਮਾਲ ਦੀ ਆਵਾਜਾਈ 3 ਲਾਂਘਿਆਂ ਰਾਹੀਂ ਹੁੰਦੀ ਹੈ। ਇਸ ਦੇ ਵਿੱਚ ਸਭ ਤੋਂ ਪਹਿਲਾਂ ਰਫਾਹ ਕ੍ਰੋਸਿੰਗ ਹੈ, ਜੋ ਮਿਸਰ ਵੱਲੋਂ ਕਾਬਜ਼ ਹੈ। ਦੂਜਾ ਏਰੇਜ਼ ਅਤੇ ਤੀਜਾ ਕੇਰੇਮ ਸ਼ਾਲੋਮ ਕ੍ਰੋਸਿੰਗ ਹੈ, ਜੋ ਇਜ਼ਰਾਈਲ ਦੇ ਅਧਿਕਾਰ ਖੇਤਰ ਵਿੱਚ ਹੈ। ਕੇਰੇਮ ਸ਼ਾਲੋਮ ਜੰਗ ਤੋਂ ਪਹਿਲਾਂ ਮਨੁੱਖਤਾਵਾਦੀ ਸਹਾਇਤਾ ਲਈ ਮੁੱਖ ਰਸਤਾ ਸੀ। ਇਹ ਅਤੇ ਮਿਟਾਓ ਦੋਵੇਂ ਹੁਣ ਬੰਦ ਹਨ। ਇਸ ਤਰ੍ਹਾਂ ਰਫਾਹ ਗਾਜ਼ਾ ਵਿੱਚ ਮਦਦ ਪਹੁੰਚਾਉਣ ਲਈ ਇੱਕੋ ਇੱਕ ਰਸਤਾ ਰਹਿ ਗਿਆ ਹੈ। ਹਾਲ ਹੀ ਦੇ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਦੇ ਜੰਗੀ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਰਫਾਹ ਦੇ ਵਿੱਚ ਜ਼ਮੀਨੀ ਫੌਜ ਭੇਜਣੀ ਜ਼ਰੂਰੀ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਨੇਤਨਯਾਹੂ ਨੂੰ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਫੌਜੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਹੈ। ਰਫਾਹ ਉੱਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਮਿਸਰ ਨੇ ਇਜ਼ਰਾਈਲ ਦੇ ਨਾਲ ਦਹਾਕਿਆਂ ਪੁਰਾਣੇ ਸ਼ਾਂਤੀ ਸਮਝੌਤੇ ਨੂੰ ਖਤਮ ਕਰਕੇ ਫੌਜੀ ਦਖਲ ਦੀ ਧਮਕੀ ਦਿੱਤੀ। ਇਜ਼ਰਾਈਲੀ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਸਿਹਤ ਸੰਗਠਨ ਵਰਗੇ ਸੰਗਠਨਾਂ ਨੇ ਚਿੰਤਾ ਜ਼ਾਹਿਰ ਕੀਤੀ। UN ਨੇ ਕਿਹਾ ਹੈ ਕਿ ਰਫਾਹ ਗਾਜ਼ਾ ਦੇ ਲੱਖਾਂ ਲੋਕਾਂ ਦੀ ਆਖਰੀ ਮੰਜ਼ਿਲ ਹੈ। ਸੰਗਠਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਜੰਗਬੰਦੀ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਰਫਾਹ ਉੱਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਗਾਜ਼ਾ ਦੇ ਲੋਕਾਂ ਕੋਲ ਹੁਣ ਸਿਰ ਛੁਪਾਉਣ ਲਈ ਕੋਈ ਥਾਂ ਨਹੀਂ ਬਚੀ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਗਾਜ਼ਾ ਵਿੱਚ ਇਜ਼ਰਾਈਲੀ ਫੌਜ ਦੀ ਘੁਸਪੈਠ ਭਿਆਨਕ ਹੈ, ਕਿਉਂਕਿ ਲਗਭਗ 15 ਲੱਖ ਫਲਸਤੀਨੀਆਂ ਕੋਲ ਭੱਜਣ ਲਈ ਕੋਈ ਹੋਰ ਥਾਂ ਨਹੀਂ ਬਚੀ। ਵੱਡੀ ਗਿਣਤੀ ਵਿੱਚ ਆਮ ਨਾਗਰਿਕਾਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦਾ ਖਦਸ਼ਾ ਹੈ। ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ ਨੂੰ ਜੰਗ ਦੇ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ। ਸੰਯੁਕਤ ਰਾਸ਼ਟਰ ਦੇ ਸਿਹਤ ਮੁਲਾਜ਼ਮਾਂ ਨੇ ਕਿਹਾ ਹੈ ਕਿ ਰਫਾਹ ਦੇ ਵਿੱਚ ਸਿਰਫ ਕੁਝ ਹਸਪਤਾਲ ਬਚੇ ਨੇ ਜਿੱਥੇ ਸੇਵਾਵਾਂ ਅਜੇ ਵੀ ਜਾਰੀ ਹਨ, ਪਰ ਉਹ ਵੀ ਮਰੀਜ਼ਾਂ ਨਾਲ ਭਰੇ ਹੋਏ ਨੇ ਅਤੇ ਜ਼ਰੂਰੀ ਸਪਲਾਈ ਦੀ ਘਾਟ ਹੈ। ਤੁਹਾਨੂੰ ਦੱਸ ਦਈਏ ਕਿ ਗਾਜ਼ਾ ਪੱਟੀ ਉੱਤੇ ਇਜ਼ਰਾਈਲੀ ਹਮਲਿਆਂ ਦੇ ਨਤੀਜੇ ਵਜੋਂ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ ਦਾ ਅੰਕੜਾ 29,000 ਪਾਰ ਕਰ ਚੁੱਕਿਆ ਹੈ। ਗਾਜ਼ਾ ਸਥਿਤ ਸਿਹਤ ਵਿਭਾਗ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਸਿਹਤ ਵਿਭਾਗ ਦੇ ਇੱਕ ਪ੍ਰੈਸ ਬਿਆਨ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 107 ਫਲਸਤੀਨੀਆਂ ਦੀ ਮੌਤ ਹੋਈ ਹੈ ਅਤੇ 145 ਹੋਰ ਜ਼ਖਮੀ ਹੋਏ ਨੇ। ਬਿਆਨ ਮੁਤਾਬਕ 7 ਅਕਤੂਬਰ 2023 ਨੂੰ ਇਜ਼ਰਾਈਲ ਹਮਾਸ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ 29,092 ਅਤੇ ਜ਼ਖਮੀਆਂ ਦੀ ਗਿਣਤੀ 69,028 ਹੋ ਚੁੱਕੀ ਹੈ। ਪਾਕਿਸਤਾਨ ਦੇ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਰਸਤਾ ਸਾਫ਼ ਹੋ ਚੁੱਕਿਆ ਹੈ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਪ੍ਰਧਾਨ ਮੰਤਰੀ ਬਣਨਗੇ। ਇਸ ਦੇ ਨਾਲ ਹੀ ਪਾਕਿਸਤਾਨ ਪੀਪਲਸ ਪਾਰਟੀ ਦੇ ਸਹਿ ਪ੍ਰਧਾਨ ਆਸਿਫ ਜ਼ਰਦਾਰੀ ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਹੋਣਗੇ। ਕਈ ਦਿਨਾਂ ਦੀ ਗੱਲਬਾਤ ਤੋਂ ਬਾਅਦ ਦੋਵਾਂ ਪਾਰਟੀਆਂ ਵਿਚਾਲੇ ਸਰਕਾਰ ਬਣਾਉਣ ਨੂੰ ਲੈ ਕੇ ਸਮਝੌਤਾ ਹੋ ਚੁੱਕਿਆ ਹੈ। ਮੰਗਲਵਾਰ ਦੇਰ ਰਾਤ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ PPP ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਗੱਠਜੋੜ ਸਰਕਾਰ ਦੇ ਗਠਨ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਸਮਝੌਤੇ ਦਾ ਐਲਾਨ ਕੀਤਾ। ਇਸ ਦੌਰਾਨ ਉਹਨਾਂ ਕਿਹਾ ਹੈ ਕਿ ਪਾਕਿਸਤਾਨ ਇਸ ਸਮੇਂ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ, ਇਸ ਲਈ ਜ਼ਰੂਰੀ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਨਿੱਜੀ ਹਿੱਤ ਛੱਡ ਕੇ ਦੇਸ਼ ਲਈ ਕੰਮ ਕਰਨ ਤਾਂ ਜੋ ਪਾਕਿਸਤਾਨ ਨੂੰ ਇਸ ਬੁਰੇ ਵਕਤ ਵਿੱਚੋਂ ਬਾਹਰ ਕੱਢਿਆ ਜਾ ਸਕੇ। आज पाकिस्तान पीपल्स पार्टी और पाकिस्तान मुस्लिम लीग की जो पॉलिटिकल डायलॉग के लिए हमारा कमिटीज़ बने थे,
उन्होंने बड़ा मेहनत के बाद अपना काम मुकम्मल किया है। एंड आई कैन शेयर विद यू कि अब पाकिस्तान पीपल्स पार्टी और मुस्लिम लीग नवाज के नंबर्स पूरे हो चुके हैं और हुकूमत साजी का अमल पे हम इंशाअल्लाह ताला इस पे अब अमल दरामद करेंगे और हुकूमत बनाने की पोजीशन में है। पाकिस्तान को इस क्राइसिस से निकालने के लिए मुआशी जमहूरी हमारे मुआशरे में जो तकसीम फैला हुआ है, अब पाकिस्तान पीपल्स पार्टी और मुस्लिम लीग नवाज हुकूमत बनाने जा रहे हैं। उम्मीद है कि इंशाअल्लाह ताला जल्द अज जल्द शहबाज शरीफ साहब एक बार फिर मुल्क का वज़ीर आज़म बनेगा और हम सब का पूरा पाकिस्तान का दुआ ये है कि यह हुकूमत कामयाब हो और जो हमारे अंदरूनी मसाइल हैं, बैरून मुल्क जो हमारे मसाइल हैं, हर पाकिस्तानी का जो इस वक्त मीशत में मुश्किलात हैं, कि इन तमाम मसाइल का हल निकालने में अल्लाह ताला हमारे साथ दे और हम कामयाब हो जाएं। वज़ीर आज़म की इलेक्शन के बाद जो सदर पाकिस्तान का इलेक्शन होने जा रहे हैं, उसमें भी हम मुस्लिम लीग नवाज का शुक्रगुजार है कि वो पाकिस्तान पीपल्स पार्टी का उम्मीदवार ਭਾਈ ਹਰਦੀਪ ਸਿੰਘ ਨਿੱਜਰ ਦੇ ਕਰੀਬੀ ਸਾਥੀ ਸਿਮਰਨਜੀਤ ਸਿੰਘ ਦੇ ਘਰ ਅੰਨ੍ਹੇਵਾਹ ਗੋਲੀਬਾਰੀ ਦੇ ਮਾਮਲੇ ਵਿੱਚ ਸਰੀ ਆਰਸੀਐਮਪੀ ਨੇ ਇੱਕ ਅਹਿਮ ਸਫਲਤਾ ਹਾਸਲ ਕੀਤੀ। 1 ਫਰਵਰੀ 2024 ਨੂੰ ਸਿਮਰਨਜੀਤ ਸਿੰਘ ਦੇ ਘਰ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਘਟਨਾ ਦੇ ਸਮੇਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਹ ਵਿਦੇਸ਼ੀ ਦਖਲ ਅੰਦਾਜ਼ੀ ਨਾਲ ਜੁੜਿਆ ਹੋਇਆ ਮਾਮਲਾ ਹੈ। ਸਰੀ ਆਰਸੀਐਮਪੀ ਨੇ ਇਸ ਅਪਰਾਧ ਲਈ 2 ਨਾਬਾਲਗ ਮੁੰਡਿਆਂ ਦੀ ਗ੍ਰਿਫਤਾਰੀ ਕੀਤੀ ਹੈ। ਕਿਉਂਕਿ ਪੁਲਿਸ ਆਲਵੇਜ਼ ਫੈਕਟ ਬੇਸ 'ਤੇ ਹੀ ਸਟੇਟਮੈਂਟ ਦੱਸਦੀ ਹੈਗੀ ਆ। ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਅਸੀਂ ਕੀਤੀ ਹੈਗੀ ਆ, ਉਸ ਦੇ ਵਿੱਚ ਸਾਨੂੰ ਕੋਈ ਵੀ ਇਹੋ ਜਿਹਾ ਲਿੰਕ ਨਹੀਂ ਮਿਲਿਆ ਜਿਹਦੇ ਨਾਲ ਅਸੀਂ ਇਹ ਕਹਿ ਸਕੀਏ ਕਿ ਇਸ ਕੇਸ ਦਾ ਫੋਰਨ ਇੰਟਰਫੇਰੈਂਸ ਨਾਲ ਕੋਈ ਵੀ ਵਾਸਤਾ ਹੋਵੇ। 2 16 ਸਾਲਾਂ ਦੇ ਮੁੰਡਿਆਂ ਨੂੰ ਅਰੈਸਟ ਕਰਕੇ ਉਹਨਾਂ ਦੇ ਉੱਪਰ ਚਾਰਜਸ ਅਪਰੂਵ ਹੋ ਚੁੱਕੇ ਹਨ ਅਤੇ ਜਿਹੜੇ ਚਾਰਜਸ ਅਪਰੂਵ ਹੋਏ ਹੈਗੇ ਆ ਉਹ ਹੈਗੇ ਆ ਡਿਸਚਾਰਜਿੰਗ ਅ ਫਾਇਰਆਰਮ ਇਨਟੂ ਅ ਪਲੇਸ ਐਂਡ ਪੋਸੈਸਿੰਗ ਅ ਲੋਡਡ ਪ੍ਰੋਹਿਬਿਟਡ ਫਾਇਰਆਰਮ। ਅਤੇ ਜਿਹੜੇ 2 ਸਾਲਾਂ ਦੇ ਮੁੰਡੇ ਇਹ ਦੋਨੇ ਕਿਉਂਕਿ ਯੰਗ ਅਫੈਂਡਰਸ ਹੈਗੇ ਆ, ਇਹਨਾਂ ਦਾ ਨਾਂ ਅਸੀਂ ਪਬਲਿਕਲੀ ਸ਼ੇਅਰ ਨਹੀਂ ਕਰ ਸਕਦੇ, ਪਰ ਇਹ ਹਾਲੇ ਵੀ ਪੁਲਿਸ ਕਸਟਡੀ ਦੇ ਵਿੱਚ ਹੀ ਹਨ। ਸੋ ਮੈਂ ਤੁਹਾਨੂੰ ਇੰਨਾ ਦੱਸ ਸਕਦੀ ਹੈਗੀ ਹਾਂ ਕਿ ਜਿਹੜੀ ਇਹ ਸ਼ੂਟਿੰਗ ਇਸ ਘਰ 'ਤੇ ਹੋਈ ਸੀ, ਇਹ ਟਾਰਗੇਟਡ ਸ਼ੂਟਿੰਗ ਸੀਗੀ, ਪਰ ਇਨ ਟਰਮਸ ਆਫ ਕਿਹਨੂੰ ਟਾਰਗੇਟ ਕੀਤਾ ਗਿਆ ਉਹ ਪਾਰਟ ਆਫ ਦੀ ਐਵੀਡੈਂਸ ਹੈਗਾ ਅਤੇ ਇਹ ਹੁਣ ਕੋਰਟ ਦੇ ਵਿੱਚ ਜਾ ਕੇ ਇਹ ਸਾਰਾ ਐਵੀਡੈਂਸ ਪ੍ਰੈਜ਼ੈਂਟ ਕੀਤਾ ਜਾਣਾ ਹੈਗਾ। ਉਹਨਾਂ ਦੀ ਪ੍ਰਾਈਵੇਸੀ ਨੂੰ ਪ੍ਰੋਟੈਕਟ ਕਰਨ ਲਈ ਅਸੀਂ ਕਦੇ ਵੀ ਉਹਨਾਂ ਦਾ ਨੇਮ ਨਾ ਸ਼ੇਅਰ ਕੀਤਾ ਸੀ ਅਤੇ ਨਾ ਹੁਣ ਸ਼ੇਅਰ ਕਰਾਂਗੇ, ਪਰ ਇਹ ਜਿਹੜਾ ਇਨਸੀਡੈਂਟ ਹੋਇਆ ਸੀ ਇਹ ਬਹੁਤ ਹੀ ਡੇਂਜਰਸ ਇਨਸੀਡੈਂਟ ਸੀ ਜਿਹਦੇ ਵਿੱਚ ਕਿਸੇ ਨੂੰ ਵੀ ਸੱਟ ਲੱਗ ਸਕਦੀ ਸੀ, ਗੋਲੀ ਲੱਗ ਸਕਦੀ ਸੀ। ਜਿਹੜੀ ਭਾਈ ਸਿਮਰਜੀਤ ਸਿੰਘ ਦੇ ਘਰ ਦੇ ਮੂਹਰੇ ਗੋਲੀਬਾਰੀ ਰਾਤੀ ਹੋਈ ਆ, ਉਹਦੇ ਵਿੱਚ ਤਕਰੀਬਨ 22 ਗੋਲੀਆਂ ਜਿਹੜੀਆਂ ਉਹਦੇ ਘਰ ਦੇ ਵਿੱਚ ਲੱਗੀਆਂ। ਉਹਦੇ ਵਿੱਚ ਭਾਈ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਉਹ ਪਿਛਲੇ ਦਹਾਕੇ ਤੋਂ ਇੱਥੇ ਲੋਕਲ ਪੱਧਰ ਦੇ ਉੱਤੇ ਸਿੱਖ ਐਕਟਿਵਿਸਟ ਨੇ, ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਲੰਬੇ ਤੌਰ ਤੇ ਸੇਵਾ ਕਰ ਰਹੇ ਆ। ਭਾਈ ਹਰਦੀਪ ਸਿੰਘ ਦੇ ਬੜੇ ਨਜ਼ਦੀਕੀ ਸਿੰਘ ਸੀਗੇ ਜਿਹਨੇ ਸਾਥ ਨਿਭਾਇਆ ਦੇ ਆ। ਅਤੇ ਜਨਵਰੀ 26 ਦਾ ਜਿਹੜਾ ਮੋਰਚਾ ਲੱਗਿਆ ਸੀਗਾ ਇੰਡੀਅਨ ਕੌਂਸਰਟ ਦੇ ਮੂਹਰੇ, ਉਹਦੇ ਵਿੱਚ ਵੀ ਭਾਈ ਸਿਮਰਜੀਤ ਸਿੰਘ ਦਾ ਬਹੁਤ ਵੱਡਾ ਹੱਥ ਸੀਗਾ ਉਹਨੂੰ ਐਸਟੈਬਲਿਸ਼ ਕਰਨ ਲਈ ਅਤੇ ਉਹਨੂੰ ਉਹਦੇ ਵਿੱਚ ਭਾਗ ਲੈਣ ਦੇ ਵਿੱਚ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਆ, ਸਾਨੂੰ ਇਸ ਗੱਲ ਦਾ ਮਹਿਸੂਸ ਹੋ ਰਿਹਾ ਕਿ ਜਿਹੜੇ ਇੰਡੀਅਨ ਸਟੇਟ ਆ ਉਹ ਇਸ ਗੋਲੀਬਾਰੀ ਦੇ ਪਿੱਛੇ ਆ, ਕਿ ਉਹਨਾਂ ਨੇ ਇੱਕ ਡਰ ਪੈਦਾ ਕਰਨ ਦੇ ਵਿੱਚ, ਜਿੱਦਾਂ ਉਹਨਾਂ ਨੇ ਭਾਈ ਹਰਦੀਪ ਸਿੰਘ ਦੀ ਸ਼ਹੀਦੀ ਤੋਂ ਬਾਅਦ ਇਹ ਸੋਚ ਰਹੇ ਸੀਗੇ ਕਿ ਡਰ ਪੈਦਾ ਹੋਊਗਾ ਅਤੇ ਜਿਹੜੇ ਲੋਕ ਆ ਉਹ ਪਿੱਛੇ ਹਟਣਗੇ, ਅਤੇ ਉਹਨਾਂ ਨੇ ਜਿਹੜਾ ਸਿਮਰਜੀਤ ਸਿੰਘ ਦੇ ਘਰ ਦੇ ਉੱਤੇ ਜਿਹੜਾ ਅਟੈਕ ਕੀਤਾ ਆ, ਇਹੀ ਜਿਹੜਾ ਇੱਕ ਸਾਨੂੰ ਇੱਕ ਲੌਜੀਕਲ ਐਕਸਪਲੇਨੇਸ਼ਨ ਲੱਗਦਾ ਹੈ। ਜਿਹੜੀ ਕਮਿਊਨਿਟੀ ਦੇ ਵਿੱਚ ਕਈ ਵਾਰ ਗੱਲਬਾਤ ਚੱਲਦੀ ਹੈਗੀ ਆ, ਕਈ ਵਾਰ ਉਹ ਫੈਕਟ ਬੇਸਡ ਨਹੀਂ ਹੁੰਦੀ ਹੈਗੀ, ਕਿਹੜੀ ਕਹਿ ਲਓ ਅਸੰਪਸ਼ਨ ਕਰ ਲੈਣੀ ਆ ਕਿ ਇਸ ਕੇਸ ਦਾ ਕਿਸੇ ਹੋਰ ਨਾਲ ਵਾਸਤਾ ਹੈਗਾ ਆ, ਉਹ ਬਹੁਤ ਇਰਰਿਸਪੋਂਸੀਬਲ ਹੈਗਾ ਕਿਉਂਕਿ ਕਮਿਊਨਿਟੀ ਦੇ ਵਿੱਚ ਉਹਦੇ ਨਾਲ ਡਰ ਵੱਧਦਾ ਹੈਗਾ ਆ ਅਤੇ ਇਹੋ ਜਿਹਾ ਨਹੀਂ ਕਰਨਾ ਚਾਹੀਦਾ। ਪੁਲਿਸ ਨੂੰ ਆਪਣੀ ਇਨਵੈਸਟੀਗੇਸ਼ਨ ਕਰ ਲੈਣੀ ਚਾਹੀਦੀ ਹੈਗੀ ਆ ਅਤੇ ਜਦੋਂ ਸਾਡੇ ਕੋਲ ਫੈਕਟਸ ਹੁੰਦੇ ਹੈਗੇ ਆ ਜਿਹੜੇ ਕਿ ਐਵੀਡੈਂਸ ਬੇਸਡ ਹੈਗੇ ਆ, ਉਹ ਅਸੀਂ ਕਮਿਊਨਿਟੀ ਦੇ ਨਾਲ ਸ਼ੇਅਰ ਕਰਦੇ ਹੈਗੇ ਆ ਤਾਂ ਕਿ ਜਿਹੜਾ ਸੱਚ ਹੈਗਾ ਉਹ ਸਾਹਮਣੇ ਆ ਸਕੇ। ਸੋ ਸਾਡੀ ਇਹੀ ਰਿਕੁਐਸਟ ਹੈਗੀ ਆ ਕਿ ਕਦੇ ਵੀ ਅਸੰਪਸ਼ਨ ਨੂੰ ਨਾ ਫੈਲਾਇਆ ਜਾਵੇ ਅਤੇ ਆਲਵੇਜ਼ ਜਿਹੜੇ
ਫੈਕਟ ਹੈਗੇ, ਜਿਹੜਾ ਐਵੀਡੈਂਸ ਹੈਗਾ ਉਸ ਨੂੰ ਮੋਰੇ ਲਿਆਇਆ ਜਾਵੇ। ਅਗੇਨ ਜਿਹੜੇ ਇਸ ਇਨਵੈਸਟੀਗੇਸ਼ਨ ਦੇ ਐਸਪੈਕਟਸ ਹੈਗੇ ਆ, ਇਹਦੇ ਵਿੱਚ ਮੋਟਿਵ ਕੀ ਸੀ, ਕਿਉਂ ਇਹ ਸ਼ੂਟਿੰਗ ਹੈਗੀ ਹੈ, ਇਟਸ ਆਲ ਪਾਰਟ ਆਫ ਐਵੀਡੈਂਸ ਨਾਓ। ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦੀ, ਪਰ ਜਦੋਂ ਆਪਾਂ ਜਨਰਲੀ ਇਸ ਗੱਲ ਕਰ ਰਹੇ ਹੈਗੇ ਆ ਕਿ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਯੰਗ ਬੱਚੇ ਹੈਗੇ ਆ ਉਹ ਗੈਂਗ ਤੇ ਗਨ ਵਾਇਲੈਂਸ ਵੱਲ ਜਾ ਰਹੇ ਹੈਗੇ ਆ, ਉਹਦੇ ਵਿੱਚ ਜਿਹੜੀ ਪ੍ਰੀਵੈਂਸ਼ਨ ਆ ਉਹ ਸਾਨੂੰ ਸਾਰਿਆਂ ਮਿਲ ਕੇ ਕਰਨੀ ਪੈਣੀ ਹੈਗੀ ਆ। ਤੇ ਹੁਣ ਗੱਲ ਕਰਦੇ ਹਾਂ ਭਾਰਤ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਦੀ। ਅੱਜ ਇਸ ਅੰਦੋਲਨ ਦਾ 9ਵਾਂ ਦਿਨ ਸੀ ਅਤੇ ਆਪਣੇ ਉਲੀਕੇ ਹੋਏ ਪ੍ਰੋਗਰਾਮ ਦੇ ਤਹਿਤ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ, ਪਰ ਅੱਜ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਉੱਤੇ ਇਕੱਠੇ ਹੋਏ ਕਿਸਾਨਾਂ ਉੱਤੇ ਭਾਰਤ ਸਰਕਾਰ ਦੇ ਵੱਲੋਂ ਅੱਤ ਦਾ ਕਹਿਰ ਢਾਇਆ ਗਿਆ। ਇਸ ਸੰਬੰਧੀ ਵੇਖ ਲੈਂਦੇ ਹਾਂ ਇੱਕ ਖਾਸ ਰਿਪੋर्ट। मुद्दतें गुजरी हैं इतनी रंजो गम सहते हुए कि शर्म सी आती है इस वतन को अपना वतन कहते हुए। जी हाँ, उर्दू ਦੀ ਇਹ ਨਜ਼ਮ ਅੱਜ ਪੰਜਾਬ ਦੇ ਕਿਸਾਨਾਂ ਉੱਤੇ ਹੋਏ ਤਸ਼ੱਦਦ ਬਾਰੇ ਬਿਲਕੁਲ ਢੁਕਵੀਂ ਜਾਪਦੀ ਹੈ, ਕਿਉਂਕਿ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰਦੇ ਕਿਸਾਨਾਂ ਦੇ ਨਾਲ ਅੱਜ ਜਿਸ ਤਰ੍ਹਾਂ ਦਾ ਵਤੀਰਾ ਮੋਦੀ ਸਰਕਾਰ ਨੇ ਅਪਣਾਇਆ, ਉਸ ਤੋਂ ਬਾਅਦ ਅੰਨਦਾਤਾ ਖੁਦ ਨੂੰ ਬੇਵਸ ਮਹਿਸੂਸ ਕਰ ਰਿਹਾ ਹੈ। ਬੇਸ਼ੱਕ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਪਰ ਕਿਸੇ ਵੀ ਮੁਲਕ ਦੀ ਸਰਕਾਰ ਨੇ ਆਪਣੇ ਕਿਸਾਨਾਂ ਉੱਤੇ ਅਜਿਹਾ ਤਸ਼ੱਦਦ ਨਹੀਂ ਢਾਇਆ ਜਿਵੇਂ ਦਾ ਮੋਦੀ ਸਰਕਾਰ ਨੇ ਢਾਇਆ ਹੈ। ਦੱਸ ਦਈਏ ਕਿ ਅੱਜ ਕਿਸਾਨਾਂ ਦੇ ਅੰਦੋਲਨ ਦਾ 9ਵਾਂ ਦਿਨ ਸੀ ਤੇ ਕਿਸਾਨ ਜਥੇਬੰਦੀਆਂ ਦੇ ਐਲਾਨ ਤੋਂ ਬਾਅਦ ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਕਾਫਲਾ ਦਿੱਲੀ ਵੱਲ ਰਵਾਨਾ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਖਨੌਰੀ ਅਤੇ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਉੱਤੇ ਇੰਨੇ ਗੋਲੇ ਦਾਗੇ ਗਏ, ਸ਼ਾਇਦ ਇੰਨੇ ਕਈ ਦਹਾਕਿਆਂ ਦੇ ਵਿੱਚ ਨਾ ਵਰਤੇ ਗਏ ਹੋਣ। ਗੱਲ ਸਿਰਫ ਹੰਝੂ ਗੈਸ ਤੱਕ ਨਾ ਰੁਕੀ, ਇੱਥੋਂ ਤੱਕ ਕਿ ਸਿੱਧੀ ਫਾਇਰਿੰਗ ਵੀ ਹੋਈ ਤੇ ਸਾਰਾ ਦਿਨ ਕਿਸਾਨ ਤਸ਼ੱਦਦ ਚੱਲਦੇ ਰਹੇ। ਖਨੌਰੀ ਬਾਰਡਰ ਉੱਤੇ ਤਾਂ ਸਿੱਧੀ ਫਾਇਰਿੰਗ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਤੱਕ ਹੋ ਗਈ। ਜਾਣਕਾਰੀ ਮੁਤਾਬਕ ਇੱਕ ਗੋਲੀ ਇਸ ਨੌਜਵਾਨ ਦੇ ਸਿਰ ਦੇ ਵਿੱਚ ਲੱਗੀ, ਜਿਸ ਕਾਰਨ ਉਹ ਮਾਰਿਆ ਗਿਆ। अभी दिल्ली जाने का कार्यक्रम हमारा है 2 दिन की, कल और परसों। ये जो खनौरी में जो कुछ भी घटा है उसके ऊपर सारी समीक्षा करेंगे। जिस तरह से सरकार हमारे ऊपर बुलेट चला रही है, सभी नेताओं से बात करेंगे। उसके बाद आप देखेंगे परसों शाम को सारी स्थिति स्पष्ट करेंगे, आगे का आंदोलन किस ढंग का होगा। तो सरकार पूरी तरह ऐ लगता जिवें पैरा मिलिटरी फोर्सेस जड़ियां ने साडे अर्ध सैनिक बल ने ਕਿਸੇ ਦੇਸ਼ ਦੁਸ਼ਮਣ ਵਰਗਾ ਵਿਹਾਰ ਕਰ ਰਹੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ, ਔਰ ਬਿਲਕੁਲ ਇਹ ਮਾਨਵ ਅਧਿਕਾਰਾਂ ਦੀ ਲੰਘਣਾ ਹੈਗੀ ਆ। ਅਸੀਂ ਨਾ ਤਾਂ ਹਾਈਵੇ ਰੋਕਿਆ, ਹਾਈਵੇ ਵੀ ਸਰਕਾਰ ਨੇ ਰੋਕਿਆ, ਹਾਈਵੇ ਤੇ ਅੱਗੇ ਸਾਨੂੰ ਜਾਣ ਵੀ ਨਹੀਂ ਦਿੰਦੇ, ਸਾਡੀਆਂ ਮੰਗਾਂ ਵੀ ਨਹੀਂ ਮੰਨਦੇ ਹੈਗੇ। तो ਅਸੀਂ ਇਹ ਵੀ ਕਿਹਾ ਸੀ ਜਾਂ ਰਾਹ ਖੋਲ ਦਿਓ, ਰਾਹ ਖੋਲ ਕੇ ਸਾਨੂੰ ਅੱਗੇ ਪੀਸਫੁਲੀ ਦਿੱਲੀ ਜਾਣ ਦਿਓ। ਦੂਸਰਾ, ਜਿਹੜੀਆਂ ਕੈਜੁਅਲਟੀ ਉੱਥੇ ਹੋਈਆਂ ਨੇ ਖਨੌਰੀ ਦੇ ਵਿੱਚ, ਹਰੇ ਉਹਦੀ ਕੰਪਲੀਟ ਜਾਣਕਾਰੀ ਲੈਣ ਲਈ ਡੱਲੇਵਾਲ ਸਾਹਿਬ ਗਏ ਹੋਏ ਨੇ ਹਸਪਤਾਲ। ਉਹ ਪੋਜੀਸ਼ਨ ਮਿਸ ਕਿੰਨੇ ਨੇ, ਇੰਜਰਡ ਕਿੰਨੇ ਨੇ, ਸਾਰੀਆਂ ਪ੍ਰਸਥਿਤੀਆਂ ਤੇ ਜਾਇਜ਼ਾ ਲੈਣ ਵਾਸਤੇ ਅਸੀਂ ਆਰਜੀ ਤੌਰ ਤੇ ਫੈਸਲਾ ਕੀਤਾ ਦੋਵਾਂ ਫੋਰਮਾਂ ਵੱਲੋਂ। ਅੱਜ ਦਾ ਦਿਨ ਤੇ ਲੰਘ ਗਿਆ, ਕੱਲ ਤੇ ਪਰਸੋਂ ਇਹ ਲਗਭਗ ਹੁਣ ਸ਼ਾਂਤੀ ਰਹੂਗੀ। ਅਸੀਂ ਸਾਰੇ ਮਸਲੇ ਤੇ ਵਿਚਾਰ ਕਰਾਂਗੇ। ਪੰਜਾਬ ਦੀਆਂ ਸਰਹੱਦਾਂ ਉੱਤੇ ਵਾਪਰੇ ਇਸ ਦੁਖਾਂਤ ਤੋਂ ਬਾਅਦ ਹਰਿਆਣਾ ਦੇ ਵਿੱਚ ਕਿਸਾਨ ਜਥੇਬੰਦੀ ਦੇ ਆਗੂ ਸਰਦਾਰ ਗੁਰਨਾਮ ਸਿੰਘ ਚੜੂਨੀ ਨੇ ਵੀ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਇਸ ਦੀ ਨਿੰਦਿਆ ਕੀਤੀ। ਉਹਨਾਂ ਇਸ ਮੌਕੇ ਦੇਸ਼ ਦੇ ਕਿਸਾਨਾਂ ਨੂੰ ਅਲਰਟ ਉੱਤੇ ਰਹਿਣ ਲਈ ਕਿਹਾ। इसलिए अभी हमारी जूम मीटिंग हुई थी और फैसला लिया है कि कल जो है वो पुतला फूकने का प्रोग्राम रद्द करके कल का 2 घंटे का रोड जाम का प्रोग्राम है और सभी जिले अपनी अपनी जगह पे एक जगह जिले में रोड जाम करेंगे 2 घंटे के लिए 12 बजे से 2 बजे तक। और अगर किसी जिले की स्थिति ऐसी है कि उसका एक रोड दूर पड़ता है, कोई दूसरा रोड नजदीक पड़ता है, 2 रोड बंद करना चाहते हैं तो वो 2 रोड भी बंद कर सकते हैं। ये संकेतिक है, ये 2 घंटे के लिए बंद करना है और उसके बाद हम अगले दिन अपनी मीटिंग करेंगे
जो है हमारी कोर कमेटी है, कोर कमेटी की मीटिंग करके उसका अगला निर्णय उसके अगले दिन लेंगे। ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਅਨੇਕਾਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ। ਇੱਕ ਵੀਡੀਓ ਦੇ ਵਿੱਚ ਕਿਸਾਨਾਂ ਦਾ ਆਖਣਾ ਹੈ ਕਿ ਉਹਨਾਂ ਉੱਤੇ ਫਾਇਰਿੰਗ ਕਰਨ ਵਾਲੇ ਆਰਐਸਐਸ ਦੇ ਕਾਰਕੁਨ ਸਨ, ਜਿਨ੍ਹਾਂ ਨੇ ਫਾਇਰਿੰਗ ਕੀਤੀ, ਸਾਡੇ ਟਰੈਕਟਰ, ਗੱਡੀਆਂ ਅਤੇ ਹੋਰ ਵਾਹਨਾਂ ਦਾ ਭਾਰੀ ਨੁਕਸਾਨ ਕੀਤਾ, ਇੱਥੋਂ ਤੱਕ ਕਿ ਤੇਲ ਵੀ ਚੋਰੀ ਕੀਤਾ। ਬਾਬਾ ਜੀ ਮਾਰ ਦਿਓ। ਕਿੱਥੇ ਕਿੱਥੇ ਮਿਲਿਆ ਤੁਹਾਨੂੰ ਇਹ? ਅੱਛਾ, ਸੜਕ ਤੇ ਲਿਆਂਦੇ ਆ, ਸੜਕ ਤੋਂ ਇਹਦਾ ਮਤਲਬ ਵੀ ਪੱਕੀ ਚਲਾ ਰਹੇ ਆ ਕਿ ਨੌਜਵਾਨਾਂ ਤੇ ਜੱਟ ਦੇਖੋ ਬਹੁਤ ਜ਼ਿਆਦਾ ਮੰਦਭਾਗੀ ਇਹ ਤਾਂ ਪਰ ਨੌਜਵਾਨਾਂ ਗੰਭੀਰ ਜ਼ਖਮੀ ਵੀ ਹੋਏ ਹੋਣਗੇ। ਬਿਲਕੁਲ ਜੀ, ਸਿੱਧਾ ਮਾਰਨ ਵਾਲੀ ਨੀਤੀ ਹੈ ਜੀ ਇਹ। ਜੇ ਹੁਣ ਇਸ ਤੋਂ ਬਾਅਦ ਕਿਹੜਾ ਵੇਲਾ ਦੇਖੋਗੇ? ਬਿਲਕੁਲ ਜੀ ਬਿਲਕੁਲ। ਲੱਗੇ ਕਿਹੜਾ ਚੱਕੇ ਨਹੀਂ ਅੰਮ੍ਰਿਤਸਰ। ਇਹ ਕਹਿੰਦਾ ਮੁੰਡਿਆਂ ਨੂੰ ਵੀ ਚੱਕ ਕੇ ਲੈ ਕੇ ਗਏ ਇੱਥੋਂ। ਬਾਕੀ ਜੀ ਮੁੰਡੇ ਚੱਕ ਕੇ ਲੈ ਗਏ, ਦੋ ਮੁੰਡੇ ਚੱਕ ਕੇ ਲੈ ਗਏ, ਦੋਵਾਂ ਦੀ ਲੱਤ ਤੋੜੀ ਹੈ ਜੀ ਪੁਲਿਸ ਨੇ। ਦੇਖੋ ਸਾਡੇ ਗੋਲੀਆਂ ਲਾ ਆਰਐਸਐਸ ਦੇ ਮੁੰਡਿਆਂ ਨੇ। ਆਰਐਸਐਸ ਦੇ ਬਿਲਕੁਲ ਆ ਦੇਖੋ ਬਿਊਰੋ ਰਿਪੋਰਟ। ਸੋ ਫਿਲਹਾਲ ਦੇ ਲਈ ਵਰਲਡ ਨਿਊਜ਼ ਦੇ ਵਿੱਚ ਇੰਨਾ ਹੀ। ਤੇ ਹੁਣ ਮੈਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।